का स्वागत करता हूं विरसा हेडलाइन में। आज हम मौजूद हैं पठानकोट के सिविल हॉस्पिटल में, जहां पर मेडिकल स्टाफ के द्वारा जो है लगातार हड़ताल जारी है। उनका ये कहना है कि जो मुलाजिम कच्चे हैं उनको पक्के किया जाए, ताकि जो कोविड महामारी के चलते उन लोगों ने जितना भी अपना सहयोग दिया है कोविड को लेकर, उनको उसका जो बेनिफिट दिया जाए। हालांकि सरकार की तरफ से किसी भी तरीके से उनकी कोई सुनवाई नहीं की गई है, लेकिन लगातार उनके तरफ से जो उनकी हड़ताल है वो जारी है। आइए बात करके देखते हैं यहाँ पर जो स्टाफ है जो हड़ताल पर बैठे हैं। नमस्कार सर। नमस्कार जी, मैं डॉक्टर विमुक्त। हाँ जी, पहले साਰਿਆਂ ਨੂੰ ਸਭ ਤੋਂ ਜ਼ਿਆਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ। मैं दसना चाहना ਅੱਜ ਸਾਡਾ हड़ताल ਦਾ 5ਵਾਂ दिन है जी। ठीक है, ਅਸੀਂ ਸਾਨੂੰ ਪਤਾ ਹੈ ਕਈ ਚੀਜ਼ਾਂ ਜਿਹੜੀਆਂ ਸਫਰ ਹੋ ਰਹੀਆਂ ਅਸੀਂ ਨਹੀਂ ਚਾਹੁੰਦੇ ਸੀਗੇ, ਪਰ ਇਹ ਹੜਤਾਲ ਵੀ ਅਸੀਂ ਸ਼ੌਕ ਨਾਲ ਨਹੀਂ, ਇਹ ਸਾਡੀ ਮਜਬੂਰੀ ਨਾਲ ਸਾਨੂੰ ਸਾਡੇ ਤੇ ਥੋਪੀ ਗਈ ਹੈ। ਠੀਕ ਹੈ, ਕੁਝ ਲੋਕ ਇਸ ਚੀਜ਼ ਨੂੰ ਤੋੜਨ ਵਾਸਤੇ ਵੀ ਜਾਂ ਕਈ ਸਰਕਾਰ ਨੇ ਇਹ ਜਿਹੀਆਂ ਗੇਮਾਂ ਖੇਲ ਲਈਆਂ ਕਿ ਸਾਡੇ ਜਿਹੜੇ ਸੀਨੀਅਰਸ ਹੈਗੇ ਆ ਉਹਨਾਂ 'ਤੇ ਦਬਾਅ ਪਾ ਕੇ ਅੱਜ ਸਾਡੇ ਸਿਵਲ ਸਰਜਨ ਸਰ ਤੱਕ ਵੀ ਇੱਕ ਲੈਟਰ ਆ ਗਿਆ ਕਿ ਜਿਹੜੇ ਹੜਤਾਲ 'ਤੇ ਹੈਗੇ ਆ ਮੁਲਾਜ਼ਮ ਉਹਨਾਂ ਦੀ ਰਿਪੋਰਟ ਭੇਜੋ। ਅੱਜ ਅਸੀਂ ਪੂਰੇ ਖੁਸ਼ੀ ਨਾਲ ਦਿਲੋਂ ਅੱਗੇ ਆ ਕੇ ਉਹਨਾਂ ਨੂੰ ਸਾਰਿਆਂ ਦੇ ਨਾਮ ਸਭ ਕੁਝ ਦੇ ਦਿੱਤਾ ਹੈਗਾ ਕਿ ਜੇ ਇਹ ਚਾਹੁੰਦੇ ਆ ਇਹ ਟਰਮੀਨੇਸ਼ਨ ਕਰ ਸਕਦੇ ਆ ਤੇ ਇਹ ਟਰਮੀਨੇਟ ਕਰ ਦੇਣ। ਸਾਨੂੰ ਇਹਨਾਂ ਤਨਖਾਹਾਂ 'ਤੇ ਗੁਜ਼ਾਰਾ ਸਾਡਾ ਨਹੀਂ ਹੋ ਸਕਦਾ। ਜੇ ਇਹ ਚਾਹੁੰਦੇ ਆ ਕਿ ਇਹੀ ਸਾਡੇ ਪਿਛਲੇ 1.5 ਸਾਲ ਦੇ ਕੋਵਿਡ ਦਾ ਜਿਹੜਾ ਅਸੀਂ ਕੰਮ ਕੀਤਾ ਇਹਦਾ ਇਹ ਇਨਾਮ ਸਾਨੂੰ ਦੇ ਸਕਦੇ ਆ ਤੇ ਜੀ ਸਦਕੇ ਸਾਨੂੰ ਦੇ ਦੇਣ। ਸਾਨੂੰ ਇਸ ਚੀਜ਼ ਦੀ ਗੱਲ ਨਹੀਂ ਆ। ਅਸੀਂ ਹੋਰ ਵੀ ਅੱਗੇ ਜਿਹੜੇ ਮੁਲਾਜ਼ਮ ਆਉਣਗੇ ਠੇਕੇ 'ਤੇ ਭਰਤੀ ਹੋ ਕੇ ਜੋ ਆਪਣੀ ਜ਼ਿੰਦਗੀਆਂ ਖਰਾਬ ਕਰਨ, ਅਸੀਂ ਨਹੀਂ ਚਾਹੁੰਦੇ ਕਿ ਉਹ ਇੱਦਾਂ ਕਰਨ, ਇੱਦਾਂ ਹੋਵੇ ਉਹਨਾਂ ਨਾਲ। ਅਤੇ ਉਹ ਵੀ ਅੱਗੇ ਤੋਂ ਇਸ ਗੱਲ ਨੂੰ ਸਮਝਣ ਕਿ ਇਹ ਜਿਹੜੀ ਠੇਕਾ ਪ੍ਰਥਾ ਹੈਗੀ ਕਿੰਨੀ ਕੁ ਮਾੜੀ ਆ। ਸਾਡੇ ਹੀ ਦੇਸ਼ 'ਤੇ ਇਸੇ ਜ਼ਮੀਨ ਦੇ ਉੱਪਰ ਪਹਿਲੇ ਸਤੀ ਪ੍ਰਥਾ, ਫਿਰ ਬਾਲ ਵਿਵਾਹ ਦੀ ਪ੍ਰਥਾ ਤੋੜੀ ਗਈ ਹੈ। ਹੁਣ ਸਾਨੂੰ ਜਿਹੜੀ ਹੈਗਾ ਉਹ ਸਾਨੂੰ ਇਹਦੀ ਠੇਕੇ ਜਿਹੜੀ ਭਰਤੀ ਹੈ ਇਹ ਵੀ ਪ੍ਰਥਾ ਤੋੜਨੀ ਪੈਣੀ ਹੈ ਅਤੇ ਇਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਸਾਡੇ ਪੰਜਾਬ ਦਾ ਜਿੰਨਾ ਮਾੜਾ ਹਾਲ ਹੋ ਗਿਆ ਇਹ ਅੱਗੇ ਸਾਨੂੰ ਮਜ਼ਦੂਰ ਬਣਾ ਕੇ ਰੱਖ ਦੇਣਗੇ। ਡਾਕਟਰ ਸਾਹਿਬ, ਤੁਹਾਨੂੰ ਕਿੰਨਾ ਕੁ ਲੱਗਦਾ ਕਿ ਸਰਕਾਰ ਕਿਉਂ ਨਹੀਂ ਤੁਹਾਡੀ ਮੰਗਾਂ ਮੰਨ ਰਹੀ? ਸਰਕਾਰ ਦੇ ਜੀ, ਸਰਕਾਰ ਸਾਨੂੰ ਹਰ ਵਾਰੀ ਕਹਿੰਦੀ ਤੇ ਇਹੀ ਹੈ ਕਿ ਹਾਂ ਜੀ ਬਜਟ ਜ਼ਿਆਦਾ ਹੈ ਤੁਹਾਡਾ, ਜੀ ਉਹ ਹੈ। ਮੈਂ ਵੀ ਸਰਕਾਰ ਨੂੰ ਇੱਕ ਕੁਐਸਚਨ ਪੁੱਟ ਕਰਨਾ ਚਾਹੁੰਦਾ ਕਿ ਤੁਸੀਂ ਹੁਣ ਬਗੈਰ ਮੰਗੇ ਜਿਹੜੀਆਂ ਬੱਸਾਂ ਫ੍ਰੀ ਕਰਤੀਆਂ, ਇਹਦੇ ਨਾਲ ਸਰਕਾਰ 'ਤੇ ਕੋਈ ਲੋਡ ਨਹੀਂ ਪਏਗਾ ਕਿ ਤੁਹਾਨੂੰ ਕੋਵਿਡ ਦੇ ਦੌਰਾਨ ਤੁਸੀਂ ਇਹ ਰੱਖਿਆ ਕਿ ਹਾਂ ਵੀ 25 ਜਾਣੇ ਇੱਕ ਬੱਸ ਦੇ ਵਿੱਚ ਬੈਠ ਸਕਦੇ ਆ। ਠੀਕ ਹੈ, ਇਹ ਬੱਸ ਦੇ ਵਿੱਚ ਜਦੋਂ ਤੁਸੀਂ ਸਵਾਰੀਆਂ ਨੂੰ ਮਤਲਬ ਫੀਮੇਲ ਨੂੰ ਫ੍ਰੀ ਕਰ ਦੋਗੇ ਕਿ ਉਹਦੇ ਵਿੱਚ ਰਸ਼ ਨਹੀਂ ਵਧੇਗਾ, ਤੁਹਾਡਾ ਉਸ ਗੱਲੋਂ ਵੱਲ ਦਿਮਾਗ ਨਹੀਂ ਜਾਂਦਾ ਕਿ ਹਾਂ ਵੀ ਇਹਦੇ ਨਾਲ ਕੀ ਹੋ ਸਕਦਾ। ਜਿਹੜੇ ਲੋਕ ਡੇਲੀ ਹੈਗੇ ਆ ਪੈਸੇਂਜਰ ਹੈਗੇ ਆ ਉਹਨਾਂ ਨੂੰ ਕੀ ਹੋਗਾ, ਉਹ ਪ੍ਰਾਈਵੇਟ ਦੇ ਵਿੱਚ ਸਫ਼ਰ ਕਰਨਗੇ। ਉਹਦੇ ਬਾਵਜੂਦ ਵੀ ਤੁਸੀਂ ਇੱਕ ਲਾਰਾ ਲਗਾਇਆ ਸੀਗਾ ਸਮਾਰਟਫੋਨ ਦਾ, ਉਹ ਵੀ ਤੁਸੀਂ ਹੁਣ ਕਿਹਾ ਕਿ ਤੁਸੀਂ ਦੇਣ ਜਾ ਰਹੇ ਹੋ। ਉਹਦੇ ਨਾਲ ਸਰਕਾਰ 'ਤੇ ਕੋਈ ਲੋਡ ਨਹੀਂ ਪਏਗਾ ਕਿ ਕਰੋਨਾ ਕਾਲ ਦੇ ਵਿੱਚ ਇਹਨਾਂ ਚੀਜ਼ਾਂ 'ਤੇ ਜਾਂ ਇਹਨਾਂ ਸਿਆਸੀ ਪਾਰਟੀਆਂ ਨੇ ਜਿਹੜੇ ਹੱਥਕੰਡੇ ਅਪਣਾਏ ਆ ਆਪਣੇ ਦੁਬਾਰਾ ਨਵੇਂ ਵੋਟ ਪੈਦਾ ਕਰਨ ਵਾਸਤੇ, ਜਾਂ 6 ਮਹੀਨੇ ਜਾਂ ਰਹਿ ਗਏ ਆ 7 ਮਹੀਨੇ ਰਹਿ ਗਏ ਆ ਵੋਟਾਂ ਵਾਸਤੇ, ਇਹਦੇ ਵਿੱਚ ਤੁਸੀਂ ਹੋਰ ਇਹੋ ਜਿਹੀਆਂ ਗੇਮਾਂ ਖੇਡੋਗੇ ਕਈ ਕਿ ਤੁਹਾਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਲੜੇ ਆ ਉਹਨਾਂ ਨੂੰ ਤੁਸੀਂ ਪੱਕੇ ਕਰੋ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸਰਕਾਰ 'ਤੇ ਇਸ ਤੋਂ ਜ਼ਿਆਦਾ ਬਰਡਨ ਪਵੇ, ਪਰ ਮੈਂ ਇਹ ਜ਼ਰੂਰ ਚਾਹੁੰਦਾ ਕਿ ਤੁਸੀਂ ਭਾਵੇਂ ਸਾਨੂੰ ਇਹਨਾਂ ਤਨਖਾਹਾਂ 'ਤੇ ਹੀ ਪੱਕੇ ਕਰ ਦੇਵੋ, ਸਾਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਕੱਢੋ। ਹੋਰ 2 ਸਾਲ ਤੁਹਾਨੂੰ ਅਸੀਂ ਕਰੋਨਾ ਤੋਂ ਲੜ ਕੇ ਜਿੱਤ ਕੇ ਦਿਖਾਵਾਂਗੇ। 2 ਸਾਲ ਬਾਅਦ ਸਾਡੀ ਪੇ ਸਕੇਲ ਜਿਹੜਾ ਹੈਗਾ ਉਹ ਵਧਾ ਦਿਓ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਅਸੀਂ ਨਹੀਂ ਚਾਹੁੰਦੇ ਸਰਕਾਰ 'ਤੇ ਅਸੀਂ ਕੋਈ ਫਾਈਨੈਂਸ਼ੀਅਲੀ ਬਰਡਨ ਪਾਈਏ, ਇਸ ਕਰਕੇ ਸਾਨੂੰ ਇਹਨਾਂ ਤਨਖਾਹਾਂ 'ਤੇ ਹੀ ਪੱਕੇ ਕਰੋ। ਸਾਨੂੰ ਇਹ ਦੱਸੋ ਕਿ ਜੇ ਮੈਂ ਕੱਲ੍ਹ ਨੂੰ ਕਿਤੇ ਮਰ ਜਾਵਾਂ ਮੰਨ ਲਓ ਕੋਵਿਡ ਦੇ ਦੌਰਾਨ, ਅਤੇ ਮੇਰੀ ਫੈਮਿਲੀ ਨੂੰ ਕੀ ਮਿਲੇਗਾ? ਕਿ ਉਹ ਅੱਗੇ ਭੁੱਖੀ ਮਰੇਗੀ, ਉਹਨੂੰ ਜੀਣ ਦਾ ਹੱਕ ਹੈ ਜਾਂ ਨਹੀਂ ਹੈ? ਠੀਕ ਹੈ, ਇਸ ਕਰਕੇ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਸਾਨੂੰ ਘੱਟੋ ਘੱਟ ਇੰਨਾ ਪਤਾ ਹੈ ਕਿ ਜੇ ਅਸੀਂ ਘਰੋਂ ਬਾਹਰ ਲੜਦੇ ਪਏ ਹਾਂ ਅਤੇ ਮਗਰ ਸਾਡੇ ਜਿਹੜੇ ਫੌਜੀ ਭਰਾ ਲੜਦੇ ਹੈਗੇ ਆ ਉਹਨਾਂ ਦੀ ਜਿਹੜੀ ਫੈਮਲੀਆਂ ਉਹ ਘੱਟੋ ਘੱਟ ਸੇਫ 'ਤੇ ਹੈਗੀਆਂ। ਉਹਨਾਂ ਨੂੰ ਪਤਾ ਕੱਲ੍ਹ ਨੂੰ ਕਿਸੇ ਨੂੰ ਜੋਬ ਮਿਲ ਜਾਏਗੀ, ਜੋਬ ਨਹੀਂ ਮਿਲੇਗੀ, ਕੁਝ ਫਾਈਨੈਂਸ਼ੀਅਲ ਮਿਲੇਗਾ, ਸਪੋਰਟ ਮਿਲੇਗੀ, ਕੁਝ ਮਿਲੇਗਾ, ਪੜ੍ਹਾਈਆਂ ਫ੍ਰੀ ਹੋਣਗੇ, ਸਾਨੂੰ ਕੀ ਮਿਲੇਗਾ? ਸਾਡੇ ਨਾਲ ਦੇ ਜਿਹੜੇ ਮਰੇ ਆ ਮੈਂ ਉਹਨਾਂ ਦੀ ਜੇ ਗਿਣਤੀ ਵੀ ਗਿਣਾਵਾਂ ਅਤੇ ਉਹਨਾਂ ਦੀ ਫੈਮਲੀਆਂ ਹੁਣ ਜਿੱਦਾਂ ਦਰਬਦਰ ਭਟਕਦੀਆਂ ਪਈਆਂ ਹੈਗੀਆਂ। ਕੀ ਚੱਲੇਗਾ? ਕਦੋਂ ਤੱਕ ਚੱਲੇਗਾ ਇਹ ਸਭ? ਮੈਂ ਐਨਐਮ ਹਾਂ, ਜਿਹੜੀ ਮੇਰਾ ਨਾਮ ਚੰਚਲਵਾਲਾ ਹੈ। ਜਿਹੜੀਆਂ ਕੁੜੀਆਂ ਵੈਕਸੀਨ ਲਗਾ ਰਹੀਆਂ ਇਸ ਲਈ, ਉਹ ਵੈਕਸੀਨ ਲਗਾਉਣ ਦਾ ਪੂਰਾ ਮਤਲਬ ਉਸ ਏਰੀਏ ਦੀ ਜ਼ਿੰਮੇਵਾਰੀ ਮੇਰੇ ਤੋਂ ਹੈ। ਮੈਂ ਪਿਛਲੇ 15 ਸਾਲਾਂ ਤੋਂ ਇਸ ਮਿਸ਼ਨ 'ਚ ਕੰਮ ਕਰ ਰਹੀ ਹਾਂ NRHM 'ਚ ਬਤੌਰ ਐਨਐਮ। ਮੇਰੇ 'ਤੇ ਕੰਮ 2 ਸੈਂਟਰਾਂ ਦਾ ਕੰਮ ਹੈ ਜਿਹੜਾ ਕਿ ਮੈਨੂੰ ਜਦ ਕਿ ਇੱਕ ਸੈਕੰਡ ANM 'ਚ ਰੱਖਿਆ ਸੀ ਇੱਕ 3400 ਦੀ ਪਾਪੂਲੇਸ਼ਨ 'ਚ ਕੰਮ ਕਰਨ ਲਈ, ਉਹਦੇ ਟਾਰਗੇਟ ਪੂਰੇ ਕਰਨ ਲਈ। ਅਤੇ ਮੈਨੂੰ
ਪਿਛਲੇ 5 ਸਾਲਾਂ ਤੋਂ ਮੈਂ 8000 ਪਾਪੂਲੇਸ਼ਨ ਤੇ ਹੁਣ ਇੱਕ ਸੈਂਟਰ ਮੈਨੂੰ ਹੋਰ ਦੇ ਦਿੱਤਾ ਇਹਦਾ ਸਾਲ ਇੱਕ ਹੋ ਗਿਆ, ਜਾਣੀ ਕਿ 2 ਸੈਂਟਰ ਵੀ ਸਾਂਭ ਰਹੀ ਹਾਂ, ਸੰਡੇ ਵਿਦਿਨ ਸੰਡੇ ਸਾਰੀਆਂ ਡਿਊਟੀਆਂ ਕਰ ਰਹੀ ਹਾਂ, ਵੈਕਸੀਨ ਵੀ ਲਗਾ ਰਹੇ ਹਾਂ, ਸੈਂਪਲਿੰਗ 'ਚ ਡਿਊਟੀ ਲੱਗੀ ਆ ਉਹ ਵੀ ਕੀਤੇ, ਜਿੰਨੀ ਮੋਟੀਵੇਸ਼ਨ ਹੋ ਸਕਦੀ ਸਾਰਾ ਕੁਝ ਕੀਤਾ। ਪਿਛਲੇ ਕੋਵਿਡ 'ਚ ਅਸੀਂ ਇਹੀ ਮਿਸ਼ਨ ਸੀਗਾ ਕਿ ਆਪਾਂ ਕੋਵਿਡ ਦੀ ਮਹਾਮਾਰੀ ਆਪਣੇ ਦੇਸ਼ ਦੇ ਲੋਕਾਂ ਦੇ ਲਈ ਦੀ ਸੇਵਾ ਲਈ ਅਸੀਂ ਪੈਦਾ ਹੋਏ ਹਾਂ, ਅਸੀਂ ਨਹੀਂ ਹਟਣਾ ਪਿੱਛੇ, ਅਸੀਂ ਕੰਮ ਕਰਨਾ ਤੇ ਸਰਕਾਰ ਤੋਂ ਇਨਾਮ ਲੈਣਾ, ਪੱਕੇ ਹੋਣਾ, ਸਿਰਫ ਪੱਕੇ ਹੋਣਾ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਫੁੱਲ ਪੇਮੈਂਟ ਦੇ ਦਿੱਤੀਆਂ ਜਾਣ ਰੈਗੂਲਰ ਦੇ ਬਰਾਬਰ, ਅਸੀਂ ਫਾਈਨੈਂਸ਼ਲੀ ਆਪਣੀ ਗਵਰਨਮੈਂਟ ਨੂੰ ਤੰਗ ਨਹੀਂ ਕਰਨਾ ਚਾਹੁੰਦੇ, ਅਸੀਂ ਕਹਿੰਦੇ ਐਜ਼ ਇਟ ਇਜ਼ ਸਾਨੂੰ ਰੈਗੂਲਰ ਕਰ ਦੇਣ, 2 ਸਾਲ ਦਾ ਪ੍ਰੋਵੀਜ਼ਨਲ ਜਿੰਨੀ ਤਨਖਾਹ ਆ ਉਹਨੇ ਤੇ ਰੈਗੂਲਰ ਕਰ ਦੇਣ, 2 ਸਾਲ ਦੀ ਤਨਖਾਹ ਦੇ ਬਾਅਦ ਸਾਨੂੰ ਪੱਕੇ ਕਰ ਦੇਣ। ਕਮ ਸੇ ਕਮ ਮੇਰੀ 11 ਸਾਲ ਦੀ ਨੌਕਰੀ ਹੋ ਚੁੱਕੀ ਹੈ, ਅੱਗੇ ਕਿੰਨੀ ਆ ਆਲਰੇਡੀ ਇਹਨਾਂ ਨੇ 15 ਸਾਲ ਇਨਮਾ ਤੇ ਵੈਨ ਲਾ ਕੇ ਬਹੁਤ ਲੇਟ ਨੌਕਰੀ ਦਿੱਤੀ ਹੈ, ਕਿੰਨੀ ਨੌਕਰੀ ਰਹਿ ਗਈ ਹੈ, ਪਰ ਆਪਾਂ ਕਮ ਸੇ ਕਮ ਫਿਊਚਰ ਤੇ ਸਿਕਿਉਰ ਹੋਏ। ਤੁਸੀਂ ਦੱਸੋ ਕਿ ਇੱਕ ਕੋਵਿਡ ਮਹਾਮਾਰੀ 'ਚ ਜਦੋਂ ਬੱਸਾਂ ਵੀ ਬੰਦ ਸੀਗੀਆਂ, ਸਾਰਾ ਕੁਝ ਬੰਦ ਸੀਗਾ, ਅਸੀਂ ਕਿਸ ਲੈਵਲ ਤੇ ਮੇਰੇ ਨਾਲ ਦੀਆਂ ਕੁੜੀਆਂ ਵਿਦ ਮੈਂ 70 ਕਿਲੋਮੀਟਰ ਤੇ ਸਕੂਟੀ ਚਲਾ ਕੇ ਆਪਣੇ ਸੈਂਟਰ ਤੇ ਪਹੁੰਚਣਾ, ਇੱਕ ਕੁੜੀ 85 ਕਿਲੋਮੀਟਰ ਦੀ ਸਕੂਟੀ ਚਲਾ ਕੇ, ਇੱਕ ਕੁੜੀ ਗੁਰਦਾਸਪੁਰ ਤੋਂ ਕਿੱਥੇ ਵਿਲਗਾ ਸੈਂਟਰ ਹੈ ਉੱਥੇ, ਮਤਲਬ ਇੰਨਾ ਔਖੀ ਅਸੀਂ ਉਹ ਪੂਰਾ ਸਾਲ ਕੱਢਿਆ। ਸਾਨੂੰ ਇੱਕ ਪੈਟਰੋਲ ਦਾ ਇੱਕ ਸਿੰਗਲ ਪੈਨੀ ਤੱਕ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ। ਹੁਣ ਆ ਕੇ ਅਸੀਂ ਨਾ ਡਿਮਾਂਡ ਕੀਤੀ ਕਿ ਸਾਨੂੰ ਪੱਕੇ ਕੀਤਾ, ਸੈਕੰਡ ਫੇਸ ਆ ਗਿਆ, ਇਹ ਜ਼ਿਆਦਾ ਖਤਰਨਾਕ ਹੈ, ਸਾਡੀ ਜ਼ਿਆਦਾ ਜ਼ਰੂਰਤ ਹੈ ਲੋਕਾਂ ਨੂੰ ਤੇ ਸਾਨੂੰ ਵੀ ਜ਼ਿਆਦਾ ਜ਼ਰੂਰਤ ਹੈ। ਪਹਿਲਾਂ ਤਾਂ ਸਿਰਫ ਸਾਡਾ ਭੁੱਖ ਨਾਲ ਅਸੀਂ ਮਰਦੇ ਸੀ ਕਿ ਖਾਲੀ ਪੇਟ ਸੀ ਕਿ ਤਨਖਾਹ ਘੱਟ ਮਿਲਦੀ ਸੀ, ਤੇ ਹੁਣ ਸਾਡੇ ਨਾਲ ਕੀ ਹੋ ਰਿਹਾ, ਹੁਣ ਸਰਕਾਰ ਕਹਿ ਰਹੀ ਹੈ ਕਿ ਤੁਹਾਨੂੰ ਅਸੀਂ ਢਿੱਡ ਤੇ ਤੁਹਾਡੇ 'ਚ ਅਸੀਂ ਲੱਤਾਂ ਮਾਰ ਹੀ ਲਈਆਂ, ਪਰ ਹੁਣ ਅਸੀਂ ਤੁਹਾਡਾ ਗਲਾ ਪਕੜ ਲਈਏ। ਅਸੀਂ ਆਪਣਾ ਗਲਾ ਵੀ ਪਕੜਾ ਲਿਆ, 1 ਸਾਲ ਪੂਰਾ ਅਸੀਂ ਮਰਨ ਦੇ ਮੂੰਹ 'ਚ ਗਏ ਹਾਂ ਕਿ ਜਿਹੜਾ ਕਿ ਕੋਈ ਬੰਦਾ ਕੋਵਿਡ ਪੋਜ਼ਿਟਿਵ ਆਉਂਦਾ ਉਹਨੂੰ ਕੁਆਰੰਟਾਈਨ ਕਰਨਾ, ਉਹਦੇ ਕੋਲ ਜਾਣਾ, ਉਹਨੂੰ ਉਹਦਾ 14 ਦਿਨ ਫਾਲੋ ਅਪ ਕਰਨਾ, ਜਦ ਤੱਕ ਉਹ ਨੈਗੇਟਿਵ ਨਹੀਂ ਆ ਜਾਂਦਾ ਸੀ ਅਸੀਂ ਉਹਦੀ ਪੂਰੀ ਫਾਲੋ ਅਪ ਕਰਦੇ ਸੀ। ਹੈ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਉਹਦੇ ਸੰਸਕਾਰ ਤੱਕ ਅਸੀਂ ਲੋਕਾਂ ਨੇ ਕੀਤੇ, ਆਪ ਫੜ ਕੇ ਕੀਤਾ, ਇੰਨਾ ਕੁ ਬੁਰੇ ਹਾਲ 'ਚ। ਤੇ ਹੁਣ ਇਹ ਕਹਿ ਰਿਹਾ ਕਿ ਤੁਹਾਨੂੰ ਗਲੇ ਤੋਂ ਹੀ ਫੜਨਾ, ਈਵਨ ਕਿ ਗਲੇ ਤੋਂ ਸਾਨੂੰ ਹੀ ਨਹੀਂ ਇਕੱਲਾ ਕਹਿ ਰਿਹਾ ਕਿ ਤੁਸੀਂ ਬਾਹਰ ਕੋਵਿਡ ਪੇਸ਼ੈਂਟਾਂ 'ਚ ਕੰਮ ਵੀ ਕਰੋ ਤੇ ਬਿਨਾਂ ਪੈਸੇ ਤੋਂ। ਅਸੀਂ ਉਹ ਕਿੱਦਾਂ ਉਹ ਚੀਜ਼ਾਂ ਫਾਲੋ ਕਰੀਏ ਤੇ ਜਾ ਕੇ ਆਪਣੇ ਘਰ 'ਚ ਕੰਮ ਵੀ ਕਰੀਏ? ਅਸੀਂ ਇੰਨੇ ਅਮੀਰ ਕਿੱਥੋਂ ਆ? ਅਸੀਂ ਤਾਂ ਕਿਸੇ ਨੂੰ ਕੰਮ ਤੇ ਵੀ ਨਹੀਂ ਰੱਖਣ ਜੋਗੇ ਹੈਗੇ। ਜਾ ਕੇ ਆਪ ਕਿੱਦਾਂ ਰੋਟੀਆਂ ਪਕਾ ਕੇ ਦਈਏ ਜਦੋਂ ਕੋਵਿਡ ਦੇ ਕੰਮ ਕਰਕੇ ਵੈਕਸੀਨ ਲਗਾ ਕੇ ਜਾਈਏ 150 ਬੰਦੇ ਦੀ, ਤੇ ਕਿੱਦਾਂ ਜਾ ਕੇ ਰੋਟੀਆਂ ਪਕਾ ਕੇ ਕਿੰਨੇ ਛੋਟੇ ਬੱਚਿਆਂ ਨੂੰ ਖਵਾਈਏ? ਇਹ ਕਹਿ ਰਹੇ ਆ ਕਿ ਅਸੀਂ ਆਪ ਆਪਣੇ ਬੱਚੇ ਵੀ ਮਾਰੀਏ, ਆਪਣੇ ਬਜ਼ੁਰਗ ਮਾਂ ਪਿਓ ਨੂੰ ਮਾਰੀਏ ਤੇ ਕਰੀਏ। ਇਹ ਕੰਮ ਪੋਸੀਬਲ ਨਹੀਂ ਹੈ, ਇੰਨੀ ਗੁਲਾਮੀ ਨਹੀਂ, ਅਸੀਂ ਬੰਦੂਆ ਮਜ਼ਦੂਰ ਨਹੀਂ ਆ। ਸਾਨੂੰ ਆਜ਼ਾਦੀ ਚਾਹੀਦੀ ਹੈ। ਮੈਂ ਆਜ਼ਾਦ ਦੇਸ਼ ਦੀ ਨਾਗਰਿਕ ਹਾਂ, ਬਸ ਹੱਕ ਚਾਹੀਦਾ ਕਿ ਮੈਨੂੰ ਰੈਗੂਲਰ ਕੀਤਾ ਜਾਏ। ਮੇਰੀ ਇਹ ਅਪੀਲ ਹੈ, ਜੇ ਅਮਰਿੰਦਰ ਸਾਹਿਬ ਕਹਿ ਰਹੇ ਆ ਨਾ ਕਿਸੇ ਨਰਸ ਨੂੰ ਜਾਂ ਕਿਸੇ ਡਾਕਟਰ ਨੂੰ ਅਪੀਲ ਹੈ, ਤੇ ਮੇਰੀ ਅਪੀਲ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਕੈਪਟਨ ਸਾਹਿਬ ਮੈਨੂੰ ਰੈਗੂਲਰ ਕੀਤਾ ਜਾਏ, ਚਾਹੇ ਮੇਰੀ ਇਹੀ ਤਨਖਾਹ ਰਹਿਣ ਦਿੱਤੀ ਜਾਏ। ਮੈਂ 2 ਸਾਲ ਕੋਵਿਡ ਦੇ ਲਈ ਆਪਣੀ ਰੈਗੂਲਰ ਪੇ ਨੂੰ ਦਾਨ ਕਰਦੀ ਹਾਂ, ਮੇਰੀ ਇੰਨੀ ਤਨਖਾਹ ਤੇ ਮੈਨੂੰ ਰੈਗੂਲਰ ਕਰ ਦਿਓ, 2 ਸਾਲ ਬਾਅਦ ਮੈਂ ਫੁੱਲ ਤਨਖਾਹ ਲੈ ਲਾਂਗੀ, ਪਰ ਮੇਰੀ ਅਪੀਲ ਸਵੀਕਾਰ ਕੀਤੀ ਜਾਏ। ਜੇ ਇਹ ਅਮਰਿੰਦਰ ਸਾਹਿਬ ਨਹੀਂ ਕਰ ਸਕਦੇ ਤਾਂ ਮੋਦੀ ਸਾਹਿਬ ਤੱਕ ਮੇਰੀ ਗੱਲ ਪਹੁੰਚਾ ਦੇਣ। ਉਹ ਇੰਨੇ ਵਧੀਆ ਕਾਨੂੰਨ ਰਾਤੋਂ ਰਾਤ ਨੋਟਬੰਦੀ ਕਰ ਸਕਦੇ ਨੇ, 70 ਦੀ ਧਾਰਾ ਤੋੜ ਸਕਦੇ ਨੇ, ਰਾਮ ਮੰਦਿਰ ਬਣਵਾ ਸਕਦੇ ਨੇ, ਤੇ ਹੋਰ ਬੜੇ ਸਾਰੇ ਉਹਨਾਂ ਨੇ ਇੱਕ ਦਿਨ 'ਚ ਚੁਟਕੀ ਬਦਲਾ ਕੇ ਬਦਲਾਵ ਕੀਤੇ ਹੈ। ਤੇ ਕਿਰਪਾ ਕਰਕੇ NRHM ਮੁਲਾਜ਼ਮਾਂ ਤੋਂ ਵੀ ਇੱਕ ਚੁਟਕੀ ਵਜਾ ਦੇਣ ਤੇ ਇੱਕ ਉੱਥੋਂ ਹੀ ਮਿਸ਼ਨ ਕੱਢ ਦੇਣ ਕਿ NRHM ਮਿਸ਼ਨ ਦੇ ਮੁਲਾਜ਼ਮਾਂ ਨੂੰ ਫੁੱਲ ਪੇ ਦਿੱਤੀ ਜਾਏ। ਤੇ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹੋਵਾਂਗੀ, ਤਾਂ ਕਿ ਅਸੀਂ ਇਹ ਜਿਹੜੀਆਂ ਲਾਸ਼ਾਂ ਰੋਜ਼ ਲੋਕੀ ਮਰ ਰਹੇ ਆ, ਕਮ ਸੇ ਕਮ ਅਸੀਂ ਇਹਨਾਂ ਲੋਕਾਂ ਨੂੰ ਬਚਾ ਸਕੀਏ। ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਇਦਾਂ ਮਰਦੇ ਤੇ ਤੜਫਦੇ ਨਹੀਂ ਦੇਖ ਸਕਦੇ। ਕਿਰਪਾ ਕਰਕੇ ਸਾਡੇ ਤੇ ਕਿਰਪਾ ਕੀਤੀ ਜਾਏ, ਸਾਡੇ ਤੇ ਕਿਰਪਾ ਕਰੋ ਤਾਂ ਕਿ ਅਸੀਂ ਇਹਨਾਂ ਲੋਕਾਂ ਦੀ ਸੇਵਾ ਕਰ ਸਕੀਏ। ਡਾਕਟਰ ਸਾਹਿਬ, ਮੈਂ ਇੱਕ ਸਵਾਲ ਕਰਨਾ ਸੀ ਤੁਹਾਡੇ ਕੋਲੋਂ। ਬਹੁਤ ਜ਼ਿਆਦਾ ਇਹ ਸਵਾਲ ਉਠਾਇਆ ਜਾ ਰਿਹਾ ਕਿ ਡਾਕਟਰ ਔਰ ਸਾਰੇ ਜਿਹੜਾ ਸਟਾਫ ਹੈ, ਮੈਡੀਕਲ ਸਟਾਫ ਹੈ, ਉਹ ਛੁੱਟੀ ਤੇ ਬੈਠਾ, ਇਸ ਟਾਈਮ ਹੜਤਾਲ ਤੇ ਬੈਠਾ ਹੈ। ਔਰ ਜਿਹੜਾ ਇਸ ਸਮੇਂ ਜਿਹੜਾ ਦੌਰ ਚੱਲ ਰਿਹਾ ਕੋਵਿਡ ਨੂੰ ਲੈ ਕੇ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਇਸ ਸਮੇਂ ਜਿਹੜਾ ਹੜਤਾਲ ਤੇ ਬਹਿਣਾ ਉਹ ਜਾਇਜ਼ ਹੈਗਾ ਜਾਂ ਨਾਜਾਇਜ਼ ਹੈਗਾ? ਬਿਲਕੁਲ ਜਾਇਜ਼ ਨਹੀਂ ਹੈਗਾ ਜੀ, ਅਸੀਂ ਚਾਹੁੰਦੇ ਵੀ ਨਹੀਂ ਸੀਗੇ, ਠੀਕ ਹੈ, ਪਰ ਸਾਡੀ ਇੱਕ ਮਜਬੂਰੀ ਇਹ ਹੈਗੀ ਆ, ਅਸੀਂ ਇਸ ਤੋਂ 1 ਸਾਲ ਪਹਿਲੇ ਕੋਵਿਡ ਤੋਂ ਪਹਿਲੇ ਬੈਠੇ ਸੀਗੇ, ਠੀਕ ਹੈ ਜੀ। ਉਹਦੇ ਦੌਰਾਨ ਹੀ ਕੋਵਿਡ ਆ ਗਿਆ ਸੀਗਾ, ਤੇ ਇਸ ਕਰਕੇ ਉਸ ਵੇਲੇ ਅਸੀਂ ਸਭ ਛੱਡ ਕੇ ਤੇ ਅਸੀਂ ਕੰਮ ਤੇ ਲੱਗ ਗਏ ਸੀਗੇ। ਸਾਨੂੰ ਪੂਰਾ ਆਸ਼ਵਾਸਨ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਅਸੀਂ 1 ਸਾਲ ਦੇ ਵਿੱਚ ਕੋਈ ਇਦਾਂ ਦੀ ਸਕੀਮ ਬਣਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਰੈਗੂਲਰ ਕਰਾਂਗੇ। ਇਹਨਾਂ ਨੂੰ ਉਸ ਵੇਲੇ ਲੱਗਾ ਹੋਏਗਾ ਕਿ ਸ਼ਾਇਦ 1 ਸਾਲ ਦੇ ਵਿੱਚ ਕੋਵਿਡ ਉਤਰ ਜਾਏਗਾ, ਤੇ ਅਸੀਂ ਵੀ ਬੇਵਕੂਫ ਉਸ ਵੇਲੇ ਮੰਨ ਗਏ ਸੀਗੇ, ਠੀਕ ਹੈ। ਪਰ ਹੁਣ 1 ਸਾਲ ਤੋਂ ਉੱਪਰ ਹੋ ਚੱਲਿਆ, ਹੁਣ ਤੇ ਸੈਕਿੰਡ ਵੇਵ ਆ ਗਈ, ਥਰਡ ਵੇਵ ਆਉਣ ਦੇ
ਕੰਡੀਸ਼ਨ ਤੇ ਹੈਗੇ ਆ। ਪਰ ਜੇ ਅਸੀਂ ਇਹ ਲੜਾਈ ਹੁਣ ਨਹੀਂ ਨਾ ਲੜੀ, ਸਾਨੂੰ ਵੀ ਪਤਾ ਹੈਗਾ ਕਿ ਸਰਕਾਰਾਂ ਨੇ ਇਲੈਕਸ਼ਨਾਂ ਤੋਂ ਪਹਿਲੇ ਹੀ ਜੋ ਕਰਨਾ ਉਹ ਕਰਨਾ, ਠੀਕ ਹੈ। ਆਉਣ ਵਾਲੇ ਫਿਰ ਲਗਭਗ 5 ਸਾਲ ਸਾਨੂੰ ਇਸ ਕੰਮ ਦੇ ਵਿੱਚ ਪੈ ਜਾਣੇ ਆ। ਇਸ ਵੇਲੇ ਜੋ ਅਸੀਂ ਚੱਲ ਰਹੇ ਹੈਗੇ ਆ, ਮੈਂ ਆਪਣੇ ਪਰਸਨਲ ਦੱਸਾਂ, ਮੈਂ ਜਦੋਂ ਪੋਜ਼ਿਟਿਵ ਹੋਇਆ, ਮੈਂ ਸ਼ੁਰੂਆਤ ਦੇ ਵਿੱਚ ਵੀ ਕੰਮ ਕਰਦਾ ਪੋਜ਼ਿਟਿਵ, ਕਿਉਂਕਿ ਉਸ ਵੇਲੇ ਬਹੁਤ ਜ਼ਿਆਦਾ ਚੀਜ਼ਾਂ ਸਾਨੂੰ ਪਤਾ ਨਹੀਂ ਸੀਗੀਆਂ, ਬਹੁਤ ਜ਼ਿਆਦਾ ਸਾਡੇ ਕੋਲ ਰਿਸੋਰਸਿਸ ਨਹੀਂ ਸੀਗੇ। ਇੱਥੇ ਤੱਕ ਕਿ ਕਈ ਜਗ੍ਹਾ ਤੇ ਸਾਨੂੰ ਬਿਨਾਂ ਗਲਵਜ਼ ਦੇ ਵੀ ਕੰਮ ਕਰਨਾ ਪਿਆ ਸ਼ੁਰੂਆਤ ਦੇ ਵਿੱਚ। ਕਦੇ ਗਲਵਜ਼ ਨਹੀਂ ਹੈ, ਕਦੇ ਮਾਸਕ ਨਹੀਂ ਹੈ, ਕਦੇ ਕੁਝ ਨਹੀਂ ਹੈ, ਆਪਣੀ ਜੇਬ ਚੋਂ ਖਰਚ ਕੇ ਵੀ ਅਸੀਂ ਇਹ ਸਾਰੇ ਕੰਮ ਕੀਤੇ। ਪਰ ਇਹਦੇ ਦੌਰਾਨ ਵੀ ਜੇ ਸਭ ਕੁਝ ਇਹ ਹੁਣ ਇਸ ਵੇਲੇ ਇਹ ਚਾਹੁੰਦੇ ਆ, ਕੈਪਟਨ ਸਰਕਾਰ ਨੇ ਇੱਕ ਗੱਲ ਕਹੀ ਕਿ ਵਾਟ ਏ ਨੌਨਸੈਂਸ, ਇਸ ਵੇਲੇ ਹੜਤਾਲ ਕਰਨਾ ਕਿ ਵਾਟ ਏ ਨੌਨਸੈਂਸ। ਕੈਪਟਨ ਸਾਹਿਬ, ਮੈਂ ਵੀ ਇਹੀ ਕਹਿਣਾ ਚਾਹੁੰਦਾ, ਜਦੋਂ ਤੁਸੀਂ ਪਿਛਲੇ ਵਾਰ ਅਪੀਲ ਕੀਤੀ ਸੀਗੀ, ਸਾਰੇ ਤੁਹਾਡੀ ਗੱਲ ਮੰਨ ਕੇ ਕੰਮ ਤੇ ਆ ਗਏ ਸੀਗੇ। ਸਾਨੂੰ ਵੀ ਪਤਾ ਕਿ ਜੇ ਹੁਣ ਅਸੀਂ ਤੁਹਾਡੇ ਤੱਕ ਗੱਲ ਨਾ ਪਹੁੰਚਾ ਸਕੇ, ਤੁਸੀਂ ਸਾਡੀ ਗੱਲ ਕਦੇ ਨਹੀਂ ਸੁਣਨੀ, ਕਿਉਂਕਿ ਤੁਸੀਂ ਅਗਲੀ ਵਾਰ ਨਹੀਂ ਆ ਸਕਦੇ ਇਸ ਹਿਸਾਬ ਨਾਲ। ਜਿੱਦਾਂ ਤੁਸੀਂ ਲੋਕਾਂ ਨਾਲ ਗੁਟਕਾ ਸਾਹਿਬ ਤੇ ਤੁਸੀਂ ਹੱਥ 'ਚ ਫੜ ਕੇ ਤੁਸੀਂ ਸਹੁੰਆਂ ਖਾਧੀਆਂ ਸੀਗੀਆਂ, ਮੈਨੂੰ ਨਹੀਂ ਲੱਗਦਾ ਤੁਸੀਂ ਕੋਈ ਵੀ ਪੂਰੀ ਕੀਤੀ ਹੈ। ਸਾਡੀ ਵਾਲੀ ਗੱਲ ਤੇ ਤੁਸੀਂ ਗੁਟਕਾ ਸਾਹਿਬ ਫੜ ਕੇ ਵੀ ਨਹੀਂ ਸੀ ਗਈ, ਤੇ ਅਸੀਂ ਕਿੱਦਾਂ ਉਮੀਦ ਕਰ ਲਈ ਤੁਸੀਂ ਕਰੋਗੇ। ਮੈਂ ਫਿਰ NHM EMPLOYEES ਨੂੰ ਵੀ ਤੇ ਬਾਕੀ ਜਨਤਾ ਨੂੰ ਵੀ ਇਹ ਅਪੀਲ ਕਰਦਾ ਜਾਣਾ, ਇਹ ਜਿਹੜੇ ਅਸੀਂ ਮੰਤਰੀ ਬਣਾਉਂਦੇ ਆ, ਸਾਡੇ ਹੀ ਨੁਮਾਇੰਦਗੇ ਹੈਗੇ ਆ, ਠੀਕ ਹੈ। ਇਹ ਨਹੀਂ ਹੋ ਸਕਦਾ ਕਿ ਅਸੀਂ ਭੁੱਖੇ ਮਰੀਏ ਤੇ ਇਹ ਰੱਜ ਕੇ ਰੋਟੀਆਂ ਖਾਣ, ਠੀਕ ਹੈ। ਸਾਨੂੰ ਇਸ ਗੱਲ ਕਰਕੇ ਇੱਕ ਵਾਰੀ ਕਰਨਾ, ਇਹ ਜਿਹੜੀ ਬੰਧੂਆ ਮਜ਼ਦੂਰ ਵਾਲੀ ਜ਼ਿੰਦਗੀ ਹੈਗੀ ਹੈ ਬਹੁਤ ਮਾੜੀ ਹੈਗੀ ਹੈ। ਮੈਂ ਇਹ ਵੀ ਚਾਹੁੰਦਾ ਕਿ ਅੱਗੇ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ NHM ਦੇ ਵਿੱਚ ਜਿਹੜੇ ਅਸੀਂ ਸਰਕਾਰੀ ਜੌਬ ਸਮਝ ਕੇ ਆ ਜਾਂਦੇ ਆ, ਮੈਨੂੰ ਲਿਟਰਲੀ ਕੋਈ ਇਦਾਂ ਦਾ ਆਈਡੀਆ ਨਹੀਂ ਸੀਗਾ ਕਿ ਇਹ ਹਾਲ ਕਰਨਗੇ ਸਾਡਾ। ਅਸੀਂ 6 ਘੰਟੇ ਦੀ ਤਨਖਾਹ ਲੈ ਕੇ 12-12 ਘੰਟੇ ਰਾਤ ਭਰ ਨਾਕਿਆਂ ਤੇ ਡਿਊਟੀਆਂ ਕਰਦੇ ਰਹੇ ਹੈਗੇ ਆ। ਬਿਨਾਂ PP ਕਿੱਟਾਂ ਦੇ ਹੀ ਸੈਂਪਲਿੰਗ ਸਾਨੂੰ ਕਰਨ ਤੇ ਮਜਬੂਰ ਕੀਤਾ ਗਿਆ ਹੈਗਾ। ਅਸੀਂ ਸਭ ਕੁਝ ਕੀਤਾ, ਪਰ ਉਹਦੇ ਬਾਵਜੂਦ ਵੀ ਜੇ ਰੱਬ ਨਾ ਕਰੇ, ਮੈਂ ਪੋਜ਼ਿਟਿਵ ਹੋਇਆ, ਮੇਰੀ ਵਾਈਫ 5 ਮੰਥ ਪ੍ਰੈਗਨੈਂਟ ਸੀਗੀ ਜਦੋਂ ਉਹ ਪੋਜ਼ਿਟਿਵ ਹੋਈ ਹੈ। ਰੱਬ ਨਾ ਕਰਦਾ ਮੇਰੇ ਘਰ ਦੇ ਵਿੱਚ ਕੋਈ ਇਦਾਂ ਦੀ ਅਣਗਹਿਲੀ ਘਟਨਾ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਸੀਗਾ? ਮੈਂ ਘਰਦਿਆਂ ਨੂੰ ਕੀ ਮੂੰਹ ਦਿਖਾਉਂਦਾ? ਅਸੀਂ ਹੁਣ ਬਾਹਰ ਆਂਦੇ ਪਏ ਹੈਗੇ ਆ, ਇੱਥੋਂ ਕੋਈ ਪੋਜ਼ਿਟਿਵ ਹੋ ਕੇ ਜਾਂਦਾ, ਸਾਨੂੰ ਵੀ ਪਤਾ ਹੋ ਸਕਦੇ ਆ। ਵੱਖਰੇ ਕਮਰੇ ਰੱਖ ਲਏ ਹੈਗੇ ਜੀ, ਬਾਹਰ ਰਹਿਣਾ ਪੈਂਦਾ ਪਿਆ, ਠੀਕ ਹੈ। ਇੱਕ ਪਲੇਟ ਰੱਖੀ ਹੈ ਕੰਮ ਵਾਲਿਆਂ ਵਾਂਗੂ, ਉਹਦੇ ਵਿੱਚ ਰੋਟੀ ਪਾ ਦਿਓ ਤੇ ਅਸੀਂ ਖਾ ਲਈਏ। ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਮੀ ਆ ਰਹੀ ਹੈ? ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਆ ਰਹੀ ਕਿ ਤੁਹਾਡੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਵੱਲੋਂ ਤੁਹਾਨੂੰ ਕੋਈ ਕਮੀ ਦਿੱਤੀ ਨਜ਼ਰ ਆ ਰਹੀ ਹੈ? ਜੀ ਹੈ ਤੇ ਦੋਵਾਂ ਦੀ ਮਿਲੀ ਭਗਤ ਹੀ ਲੱਗਦੀ ਆ, ਠੀਕ ਹੈ। ਇਹ ਕੀ ਰਿਪੋਰਟ ਭੇਜਦੇ ਆ ਤੇ ਉਹ ਅੱਗੋਂ ਕੀ ਰਿਪੋਰਟ ਭੇਜਦੇ ਆ, ਠੀਕ ਹੈ। ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਤੁਹਾਡੇ ਪੰਜਾਬ ਦੇ ਵਿੱਚ ਜੇ ਹੈਗਾ 9 ਤੋਂ 10 ਹਜ਼ਾਰ ਮੁਲਾਜ਼ਮ ਹੈਗਾ ਵੀ ਹੈਗਾ ਕਿ ਕੋਈ ਐਡੀ ਵੱਡੀ ਤੁਸੀਂ ਕਹਿੰਦੇ ਹੋ ਨਵੀਂ ਭਰਤੀਆਂ ਕੱਢਾਂਗੇ। ਜੇ ਤੁਹਾਨੂੰ ਨਵੀਂ ਭਰਤੀਆਂ ਦੀ ਲੋੜ ਹੈਗੀ ਆ, ਜਾਂ ਤੇ ਬੋਲੋ ਤੁਹਾਨੂੰ ਇਹਨਾਂ ਮੁਲਾਜ਼ਮਾਂ ਦੀ ਲੋੜ ਨਹੀਂ ਹੈਗੀ। ਜਿਹੜੇ ਕੰਮ ਤੁਹਾਡੇ ਠੇਕੇ ਦੇ ਹਿਸਾਬ ਨਾਲ ਨਿਕਲਦੇ ਪਏ ਹੈਗੇ, ਤੁਸੀਂ ਉਹਨਾਂ ਮੁਲਾਜ਼ਮਾਂ ਨੂੰ ਕਿਉਂ ਰੱਖੋਗੇ ਦੁਬਾਰਾ, ਠੀਕ ਹੈ। ਸਾਨੂੰ ਵੀ ਇਸ ਗੱਲ ਦਾ ਪਤਾ ਹੈਗਾ, ਕੁਝ ਗਲਤੀਆਂ ਸਾਡੇ ਤੋਂ ਹੋਈਆਂ ਕਿ ਅਸੀਂ ਇਹੋ ਜਿਹੀਆਂ ਜੌਬਸ ਦੇ ਵਿੱਚ ਆਏ ਆ, ਡਿਗਰੀਆਂ ਕਰਕੇ ਆਏ ਆ, ਠੀਕ ਹੈ। ਤੁਹਾਨੂੰ ਵੀ ਪਤਾ ਕਿ ਇਸ ਵੇਲੇ ਸਰਕਾਰੀ ਕਾਲਜਾਂ ਦੇ ਵਿੱਚ ਕਿੰਨੀਆਂ ਕੁ ਸੀਟਾਂ ਹੈਗੀਆਂ। ਜੇ ਪ੍ਰਾਈਵੇਟ ਕਾਲਜ 'ਚੋਂ ਕੋਈ ਕਰਦਾ ਤੇ ਉਹਦੇ ਕੀ ਤਨਖਾਹਾਂ, ਮਤਲਬ ਕੀ ਦਿੰਦੇ ਅਸੀਂ ਪੇਮੈਂਟ ਜਾਂ ਫੀਸ ਜਿਹੜੀ ਦਿੰਦੇ ਆ। ਇਹਨਾਂ ਫੀਸਾਂ ਦੇ ਬਾਵਜੂਦ ਵੀ ਅਸੀਂ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਦੇ। ਮੈਂ ਤਾਂ ਇਹ ਵੀ ਕਹਿਣਾ, ਸਾਨੂੰ ਅੱਜ ਸਿਵਲ ਸਰਜਨ ਸਾਹਿਬ ਆ ਕੇ ਕਹਿਣ ਕੱਲ ਸੰਡੇ ਹੈਗਾ, ਕੱਲ ਕਿਸੇ ਨੇ ਕੋਈ ਵੈਕਸੀਨੇਸ਼ਨ ਨਹੀਂ ਕਰਨੀ, ਕੁਝ ਨਹੀਂ ਕਰਨਾ। ਜਦੋਂ ਇਹਨਾਂ ਦਾ ਕੰਮ ਰੁਕਦਾ, ਅਸੀਂ ਇੱਥੇ ਸਾਨੂੰ ਵੈਕਸੀਨੇਸ਼ਨ ਪ੍ਰੋਵਾਈਡ ਕਰਵਾਉਣ, ਅਸੀਂ ਇੱਥੇ ਲੰਗਰ ਲਾ ਦਾਂਗੇ ਇਹਦਾ, ਠੀਕ ਹੈ, ਫ੍ਰੀ ਕਰਾਂਗੇ। ਪਰ ਇਹ ਜ਼ਰੂਰ ਹੈਗਾ ਕਿ ਹਾਂ ਉਹ ਕਹਿ ਕੇ ਉਹਨੂੰ ਕਿਹਾ ਜਾਵੇ ਕਿ ਹਾਂ ਵੀ NHM EMPLOYEES ਨੇ ਇਹ ਕੀਤਾ ਹੈਗਾ। ਇਹ ਨਾ ਕਹਿਣ ਕਿ ਬਾਅਦ ਦੇ ਵਿੱਚ ਜਿਹੜੇ ਆਪਣੇ ਰੈਗੂਲਰ ਕਾਮਿਆਂ ਦੇ ਖਾਤੇ ਦੇ ਵਿੱਚ ਇਹ ਵੀ ਕ੍ਰੈਡਿਟ ਪਵਾ ਲੈਣ, ਠੀਕ ਹੈ। ਸਾਨੂੰ ਅੱਜ ਕੰਮ ਕਰਨ 'ਚ ਦਿੱਕਤ ਕੋਈ ਨਹੀਂ ਹੈ। ਕੰਮ ਇਸ ਵੇਲੇ NHM ਕਰਦਾ ਹੈ ਤੇ ਕ੍ਰੈਡਿਟ ਸਾਰਾ ਜਾਂਦਾ ਬਾਕੀ ਲੋਕਾਂ ਤੇ, ਜਾਂ ਸ਼ਾਬਾਸ਼ੀ ਮਿਲਦੀ ਹੈ SMOs ਨੂੰ ਮਿਲ ਜਾਏਗੀ, ਸਿਵਲ ਸਰਜਨ ਨੂੰ ਮਿਲ ਜਾਏਗੀ। ਸਾਨੂੰ ਕੋਈ ਸ਼ਾਬਾਸ਼ੀ ਨਹੀਂ। ਸਾਨੂੰ ਅੱਜ ਤੱਕ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ। ਲਗਭਗ 1.5 ਸਾਲ ਹੋ ਗਿਆ, ਕਿਸੇ ਨੇ ਕੋਈ ਇੱਕ ਪੱਤਰ ਹੀ ਦਿੱਤਾ ਹੋਵੇ ਕਿ ਹਾਂ ਵੀ ਇਹ ਪ੍ਰਸ਼ੰਸਾ ਪੱਤਰ ਹੈਗਾ ਤੁਹਾਡੇ ਵਾਸਤੇ, ਠੀਕ ਹੈ ਨਾ। ਸਾਡਾ ਵੀ ਦਿਲ ਆ, ਹਰ ਬੰਦੇ ਨੂੰ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ, ਸਾਨੂੰ ਕਿਉਂ ਨਹੀਂ ਹੋਏਗੀ? ਹਾਂਜੀ। ਤਾਂ ਸ਼ਹਿਰ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਸ਼ਹਿਰ ਵਾਸੀਆਂ ਨੂੰ ਇੱਕ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਪਲੀਜ਼ ਸਾਨੂੰ ਸਪੋਰਟ ਕਰੋ। ਅਸੀਂ ਸਾਰੀ ਉਮਰ ਮਰਦੇ ਦਮ ਤੱਕ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ। ਮੈਂ ਸੁਜਾਨਪੁਰ ਦਾ ਵਾਸੀ ਹਾਂ, ਮੇਰੇ ਸੁਜਾਨਪੁਰ ਦੇ ਲੋਕ ਵੀ ਜਾਣਦੇ ਹੋਣਗੇ ਮੈਨੂੰ। ਡਿਊਟੀ ਤੋਂ ਆਫ ਹੋ ਕੇ ਵੀ ਕੋਵਿਡ ਪੇਸ਼ੈਂਟਸ ਨੂੰ ਲੈ ਕੇ ਵੀ, ਬਾਕੀ ਵੀ ਜਿੱਥੇ ਸਪੋਰਟ ਦੀ ਲੋੜ ਹੁੰਦੀ ਆ ਅਸੀਂ ਹੁਣ ਵੀ ਕਰਦੇ ਪਏ ਹਾਂ। ਸਿਰਫ ਸਰਕਾਰੀ ਨੌਕਰੀ ਛੱਡੀ ਹੈ, ਠੀਕ ਹੈ। ਸਪੋਰਟ ਜਿੱਥੇ ਅਸੀਂ ਹੁਣ ਵੀ ਕਰ ਸਕਦੇ ਹਾਂ, ਅੱਜ ਵੀ ਉਹਨਾਂ ਦੀ ਸਪੋਰਟ ਕਰਦੇ ਪਏ ਹੈਗੇ ਹਾਂ। ਕਿਸੇ ਨੂੰ ਜ਼ਰੂਰਤ ਪੈਂਦੀ ਆ, ਉਹ ਤੁਹਾਡੇ ਮਾਧਿਅਮ ਨਾਲ ਵੀ ਜੇ ਮੈਨੂੰ ਕੋਈ ਕੰਟੈਕਟ ਕਰਦਾ, ਮੈਂ ਜਿੱਥੇ ਉਹਨਾਂ ਦੀ ਹੈਲਪ ਕਰ ਸਕਦਾ ਐਜ਼ ਏ ਟ੍ਰੀਟਮੈਂਟ। ਆਕਸੀਜਨ ਨਹੀਂ ਮਿਲ ਰਹੀ ਮੈਨੂੰ, ਪਰਸੋਂ ਮੇਰੇ ਇੱਕ ਰਿਲੇਟਿਵ ਬਿਮਾਰ ਹੋਏ, ਉਹਨਾਂ ਵਾਸਤੇ ਆਕਸੀਜਨ ਅਰੇਂਜ ਕਰਨ ਵਾਸਤੇ ਮੈਨੂੰ 3 ਦਿਨ ਖਪਣਾ ਪਿਆ, ਠੀਕ ਹੈ। ਮੈਂ ਵੀ ਇਹ ਚਾਹੁੰਦਾ ਹੈ ਜਿੱਥੇ ਅਸੀਂ ਹੈਲਪ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ। ਤੁਸੀਂ ਇਹ ਵੀ ਦੇਖਿਆ ਹੋਣਾ ਕਿ 3-4 ਦਿਨ ਦੇ ਵਿੱਚ ਕਈ ਜਿਹੜੇ ਰੈਗੂਲਰ ਡਾਕਟਰਸ ਹੈਗੇ ਆ ਉਹਨਾਂ ਨੇ ਵੀ ਅਸਤੀਫੇ ਦੇ ਦਿੱਤੇ ਆ।
ਉਹਨਾਂ ਤੇ ਵੀ ਬਹੁਤ ਸਟ੍ਰੈਸ ਹੈਗੀ ਆ। ਡਾਕਟਰ ਸਾਰਿਆਂ ਤੇ ਸਟ੍ਰੈਸ ਅਸੀਂ ਇਹ ਨਹੀਂ ਕਹਿੰਦੇ, ਪਰ ਇਹਦੇ ਵਿੱਚ ਸਾਨੂੰ ਘੱਟੋ ਘੱਟ ਨਜ਼ਰ ਅੰਦਾਜ਼ ਨਾ ਕਰੋ। ਸਾਡੇ ਤੇ ਵੀ ਬਹੁਤ ਸਟ੍ਰੈਸ ਹੈ, ਘਰ ਦੇ ਵੀ ਖਰਚੇ ਹੈ, ਬਾਹਰ ਦੇ ਵੀ ਹੈਗੇ ਆ, ਸੇਵਾ ਵੀ ਕਰਨੀ ਹੈ, ਆਪਣੀ ਥਕਾਵਟ ਵੀ ਲੁਕਾਉਣੀ ਹੈ, ਸਭ ਕੁਝ ਕਰਨਾ। ਕਿਰਪਾ ਸਾਡੇ ਤੇ ਵੀ ਧਿਆਨ ਦਿੱਤਾ ਜਾਵੇ। ਧੰਨਵਾਦ ਜੀ।